ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਮੁਖ ਭੁਲੈ ਭੁਲਾਈਐ, ਭੂਲੇ ਠੌਰ ਨਾ ਕਾਏ। ਗੁਰ ਬਿਨ ਕੋ ਨ ਦਿਖਾਵਈ, ਅੰਧੀ ਆਵੈ ਜਾਏ। ਮਨ ਮੁਖ ਭੁਲੈ ਭੁਲਾਈਐ, ਭੂਲੇ ਠੌਰ ਨਾ ਕਾਏ। ਗੁਰ ਬਿਨ ਕੋ ਨ ਦਿਖਾਵਈ, ਅੰਧੀ ਆਵੈ ਜਾਏ। ਗਿਆਨ ਪਦਾਰਥ ਖੋਇਆ, ਠਗਿਆ ਬਿਠਾ ਜਾਏ। ਬਾਬਾ ਮਾਇਆ ਭਰਮ ਭੁਲਾਏ, ਭਰਮ ਭੁਲੀ ਡੋਹਾ ਗਣੀ, ਨਾ ਪਿਰ ਅੰਕ ਸਮਾਏ। ਰਹਾਉ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਮੁਖ ਭੁਲੈ ਭੁਲਾਈਐ, ਭੂਲੇ ਠੌਰ ਨਾ ਕਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਪਵਿੱਤਰ ਹਾਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਪਾਤਸ਼ਾਹ ਦਾ ਬਚਨ ਹੈ, ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਕੋ ਬੇਮਿਹਰ ਹੈ। ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ, ਉਹਨਾਂ ਤੇ ਗੁਰੂ ਦੀ ਮਿਹਰ ਹੁੰਦੀ ਹੈ। ਜਿਹੜੇ ਗੈਰ ਹਾਜ਼ਰ ਰਹਿੰਦੇ ਹਨ, ਉਹ ਗੁਰੂ ਦੀ ਮਿਹਰ ਤੋਂ ਵਾਂਝੇ ਰਹਿ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਦੇ ਅੰਦਰ ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ। ਸ਼ਬਦ ਦੇ ਦੀਵੇ ਦਾ ਐਸਾ ਚਾਨਣ ਬਖੇਰਿਆ ਜਿਸ ਤੋਂ ਹਰ ਕਿਸੇ ਨੂੰ ਰੁਸ਼ਨਾਈ ਪ੍ਰਾਪਤ ਹੋ ਸਕਦੀ ਹੈ, ਅਗਵਾਈ ਹਾਸਲ ਹੋ ਸਕਦੀ ਹੈ, ਪੇਸ਼ਵਾਈ ਹਾਸਲ ਹੋ ਸਕਦੀ ਹੈ। ਪਰ ਇਸ ਚਾਨਣ ਦੇ ਹੁੰਦਿਆਂ ਹੋਇਆਂ ਫੇਰ ਵੀ ਅਸੀਂ ਭੁਲੇਖਿਆਂ ਦਾ ਸ਼ਿਕਾਰ ਹਾਂ। ਇਹਦਾ ਕੀ ਕਾਰਨ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਇਸ ਦਾ ਕਾਰਨ ਦੱਸਦੇ ਹਨ। ਬਾਬਾ ਮਾਇਆ ਭਰਮ ਭੁਲਾਏ। ਐ ਬਾਬਾ, ਐ ਬਜ਼ੁਰਗਾ, ਕਿਸੇ ਵਡੇਰੀ ਉਮਰ ਦੇ ਜਗਿਆਸੂ ਨੂੰ ਬਾਬਾ ਸ਼ਬਦ ਦੁਆਰਾ ਸਤਿਗੁਰੂ ਸੰਬੋਧਨ ਕਰ ਰਹੇ ਹਨ। ਬਾਬਾ ਉੱਤਮ ਅਧਿਕਾਰੀ ਨੂੰ ਵੀ ਆਖਿਆ ਜਾਂਦਾ ਹੈ। ਬਾਬਾ ਮਾਇਆ ਭਰਮ ਭੁਲਾਏ। ਐ ਜਗਿਆਸੂ, ਐ ਬਜ਼ੁਰਗੀ ਵਾਲੇ ਉੱਤਮ ਅਧਿਕਾਰੀ, ਮਾਇਆ ਭਰਮ ਭੁਲਾਏ। ਮਾਇਆ ਨੇ
ਇਸ ਜੀਵ ਨੂੰ ਭਰਮ ਦੇ ਵਿੱਚ ਭੁਲਾ ਦਿੱਤਾ ਹੈ। ਮਾਇਆ ਇੱਕ ਹਨੇਰਾ ਹੈ। ਹਨੇਰੇ ਵਿੱਚ ਆਦਮੀ ਹਮੇਸ਼ਾ ਰਾਹ ਭੁੱਲਦਾ ਹੀ ਭੁੱਲਦਾ ਹੈ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਅੰਧਕਾਰ ਸੁਖ ਕਬ ਹੈ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਹਨੇਰੇ ਵਿੱਚ ਆਦਮੀ ਸੁਖ ਦੀ ਨੀਂਦਰ ਨਹੀਂ ਸੌ ਸਕਦਾ। ਹਰ ਵੇਲੇ ਚੋਰ ਉਚੱਕੇ ਦਾ ਡਰ ਬਣਿਆ ਰਹਿੰਦਾ ਹੈ ਅਤੇ ਹਨੇਰੇ ਵਿੱਚ ਬੱਚੇ ਵੀ ਬਹੁਤ ਜ਼ਿਆਦਾ ਡਰਦੇ ਨੇ। ਹਜ਼ੂਰ ਕਹਿੰਦੇ ਨੇ ਹਨੇਰੇ ਵਿੱਚ ਕੋਈ ਵੀ ਆਦਮੀ ਸੁਖ ਦੀ ਨੀਂਦ ਨਹੀਂ ਸੌਂ ਸਕਦਾ। ਬਾਬਾ ਮਾਇਆ ਭਰਮ ਭੁਲਾਹੇ, ਇਹ ਉੱਤਮ ਅਧਿਕਾਰੀ, ਇਸ ਮਾਇਆ ਨੇ ਜੀਵ ਨੂੰ ਭਰਮ ਦੇ ਵਿੱਚ ਭੁਲਾ ਦਿੱਤਾ ਹੈ। ਇਸੇ ਲਈ ਇਹ ਹਨੇਰੇ ਵਿੱਚ ਭਟਕ ਰਿਹਾ ਹੈ, ਇੱਧਰ ਉੱਧਰ ਟੱਕਰਾਂ ਮਾਰ ਰਿਹਾ ਹੈ। ਭਰਮ ਭੁੱਲੀ ਦੁਹਾਗਣੀ, ਨਾ ਫਿਰ ਅੰਕ ਸਮਾਏ। ਹਜ਼ੂਰ ਕਹਿੰਦੇ ਨੇ ਜਿਹੜੀ ਜੀਵ ਰੂਪ ਇਸਤਰੀ ਦੁਹਾਗਣੀ ਉਸ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਛੱਡ ਕੇ ਹੋਰ ਪਾਸੇ ਤੁਰੀ ਫਿਰਦੀ ਹੈ। ਮੜੀਆਂ ਮਸਾਣੀਆਂ ਦੇਵੀ ਦੇਵਤਿਆਂ ਨੂੰ, ਪੀਰਾਂ ਫਕੀਰਾਂ ਨੂੰ ਮੰਨਦੀ ਪੂਜਦੀ ਫਿਰਦੀ ਹੈ। ਭਰਮ ਭੁੱਲੀ, ਉਹ ਭਰਮ ਦੁਆਰਾ ਭੁੱਲੀ ਹੋਈ ਹੈ। ਭਰਮ ਭੁੱਲੀ ਦੁਹਾਗਣੀ, ਜਿਹੜੀ ਮਨਮੁਖ ਰੂਹ ਦੁਹਾਗਣ ਵਾਂਗ ਭਰਮ ਦੇ ਵਿੱਚ ਭੁੱਲ ਗਈ, ਨਾ ਫਿਰ ਅੰਕ ਸਮਾਏ। ਫਿਰ ਉਹ ਪਤੀ ਪਰਮੇਸ਼ਰ ਦੇ ਅੰਕ ਦਾ ਅਰਥ ਹੈ ਸਰੂਪ ਦੇ ਵਿੱਚ ਨਹੀਂ ਸਮਾ ਸਕਦੀ। ਜਿਹੜੀ ਮਨਮੁਖ ਦੁਹਾਗਣ ਇਸਤਰੀ ਮਾਇਆ ਦੇ ਭਰਮ ਦੇ ਵਿੱਚ ਭੁੱਲ ਗਈ ਹੈ, ਉਹ ਪਰਮੇਸ਼ਰ ਪਤੀ ਦੇ ਅੰਕ ਸਰੂਪ ਦੇ ਵਿੱਚ ਨਹੀਂ ਸਮਾ ਸਕਦੀ। ਹਾਂ, ਪਹਿਲਾਂ ਭਰਮ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਦੇ ਕੋਲ ਜਾਣਾ ਪਵੇਗਾ। ਸਤਿਗੁਰੂ ਦੇ ਕੋਲੇ ਸ਼ਬਦ ਦਾ ਚਾਨਣ ਹੈ, ਗਿਆਨ ਦਾ ਚਾਨਣ ਹੈ, ਬਾਣੀ ਦੀ ਰੌਸ਼ਨੀ ਹੈ। ਜਦੋਂ ਅਸੀਂ ਸਤਿਗੁਰੂ ਦੇ ਕੋਲ ਜਾਂਦੇ ਹਾਂ ਤੇ ਫਿਰ ਸਤਿਗੁਰੂ ਕਿਰਪਾ ਕਰਦੇ ਹਨ। ਭੁੱਲਿਆਂ ਭਟਕਿਆਂ ਨੂੰ ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਭੁੱਲਿਆਂ ਨੂੰ ਰਾਹ ਦੱਸਦੇ ਨੇ, ਭੂਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ। ਜਿਹੜੇ ਉਜਾੜ ਦੇ ਰਸਤੇ ਭਟਕ ਰਹੇ ਸਨ, ਉਹਨਾਂ ਨੂੰ ਸਤਿਗੁਰੂ ਸਿੱਧੇ ਰਾਹ ਪਾ ਦਿੰਦੇ ਹਨ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਮਨਮੁਖ ਭੁਲੈ ਭੁਲਾਈਐ, ਭੂਲੀ ਠਾਰ ਨ ਕਾਇ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨਮੁਖ ਭੁਲੈ ਭੁਲਾਈਐ। ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹੈ, ਉਹ ਭੁੱਲ ਗਈ ਹੈ। ਕਿਵੇਂ ਭੁੱਲ ਗਈ? ਭੁਲਾਈਐ, ਉਸ ਨੂੰ ਮਾਇਆ ਨੇ ਭਰਮ ਦੇ ਵਿੱਚ ਭੁਲਾ ਦਿੱਤਾ ਹੈ। ਭੁੱਲੀ ਠੌਰ ਨਾ ਕਾਏ, ਭੁੱਲੀ ਹੋਈ ਨੂੰ ਇਸੇ ਲਈ ਕੋਈ ਥਾਂ ਟਿਕਾਣਾ ਵੀ ਨਸੀਬ ਨਹੀਂ ਹੁੰਦਾ। ਜਿਹੜੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਪਤੀ ਨੂੰ ਛੱਡ ਕੇ ਚਲੀ ਜਾਵੇ, ਭੁੱਲੀ ਠੌਰ ਨਾ ਕਾਏ, ਫਿਰ ਉਹਨੂੰ ਰਹਿਣ ਦੇ ਲਈ ਕੋਈ ਟਿਕਾਣਾ ਕੋਈ ਜਗ੍ਹਾ ਵੀ ਨਸੀਬ ਨਹੀਂ ਹੁੰਦੀ। ਇਸੇ ਤਰ੍ਹਾਂ ਮਨਮੁਖ ਜੀਵ ਰੂਪ ਇਸਤਰੀ ਭੁੱਲ ਗਈ ਹੈ, ਮਾਇਆ ਨੇ ਇਸ ਨੂੰ ਭੁਲਾ ਛੱਡਿਆ ਹੈ। ਭੁੱਲੀ ਹੋਈ ਨੂੰ ਹੁਣ ਕੋਈ ਥਾਂ ਟਿਕਾਣਾ ਵੀ ਨਜ਼ਰ ਨਹੀਂ ਆਉਂਦਾ ਵੀ ਮੈਂ ਕਿੱਥੇ ਜਾਵਾਂ। ਗੁਰ ਬਿਨ ਕੋ ਨ ਦਿਖਾਵਈ, ਅੰਧੀ ਆਵੈ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹੈ, ਉਹ ਤੇ ਬਈ ਅੰਨੀ ਹੈ, ਮਾਨਸਿਕ ਤੌਰ ਤੇ ਅੰਨੀ ਹੈ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੇ ਖਸਮਹੁ ਕੁੱਥੇ ਜਾਹੇ। ਉਹਨੂੰ ਦੁਨੀਆ ਦਿਸਦੀ ਹੈ ਪਰ ਪਰਮੇਸ਼ਰ ਦੀ ਦਰਗਾਹ ਨਹੀਂ ਦਿਸਦੀ।
ਉਸ ਨੂੰ ਸੰਸਾਰ ਦਿਸਦਾ ਹੈ ਪਰ ਨਿਰੰਕਾਰ ਨਹੀਂ ਦਿਸਦਾ। ਉਹ ਅੰਨੀ ਹੈ, ਇਸੇ ਲਈ ਜੂਨਾਂ ਦੇ ਵਿੱਚ ਆਉਂਦੀ ਜਾਂਦੀ ਰਹਿੰਦੀ ਹੈ। ਗੁਰਬਿਨ ਕੋ ਨਾ ਦਿਖਾਵੇ, ਗੁਰੂ ਤੋਂ ਬਿਨਾ ਉਸ ਨੂੰ ਪਰਮੇਸ਼ਰ ਪਤੀ ਦਾ ਰਸਤਾ ਕੋਈ ਵੀ ਨਹੀਂ ਦਿਖਾ ਸਕਦਾ। ਸਤਿਗੁਰੂ ਹੀ ਦਰਗਾਹੀ ਬਸੀਠ ਨੇ, ਉਹੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਦਰਸਾ ਸਕਦੇ ਹਨ। ਗਿਆਨ ਪਦਾਰਥ ਖੋਇਆ, ਠਗਿਆ ਮੁਠਾ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਮਨੁੱਖ ਨੇ ਗਿਆਨ ਰੂਪੀ ਪਦਾਰਥ ਨੂੰ ਖੋਇਆ ਦਾ ਅਰਥ ਗਵਾ ਲਿਆ ਹੈ, ਠਗਿਆ ਮੁਠਾ ਜਾਏ, ਉਹ ਤੇ ਭਾਈ ਉਹ ਠਗਿਆ ਤੇ ਲੁੱਟਿਆ ਹੋਇਆ ਇਥੋਂ ਸੰਸਾਰ ਤੋਂ ਤੁਰ ਜਾਂਦਾ ਹੈ। ਇਹਦਾ ਮਤਲਬ ਇਹ ਹੈ, ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਬਈ ਸਾਡਾ ਜੀਵਨ ਵਾਹਿਗੁਰੂ ਨੂੰ ਮਿਲਣ ਵਾਸਤੇ ਹੀ ਸਾਨੂੰ ਹਾਸਲ ਹੋਇਆ ਹੈ। ਅਸੀਂ ਭਗਤੀ ਕਰਕੇ, ਨਾਮ ਜਪ ਕੇ, ਸਿਮਰਨ ਕਰਕੇ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੈ। ਜਿਨ੍ਹਾਂ ਨੇ ਇਸ ਗਿਆਨ ਰੂਪੀ ਪਦਾਰਥ ਨੂੰ ਗਵਾ ਲਿਆ ਹੈ, ਉਹ ਤੇ ਠੱਗਿਆ ਤੇ ਲੁੱਟਿਆ ਹੋਇਆ ਇਥੋਂ ਤੁਰ ਜਾਂਦਾ ਹੈ। ਬਾਬਾ ਮਾਇਆ ਭਰਮ ਭੁਲਾਏ, ਭਰਮ ਭੁਲੀ ਡੋਹਾ ਗਣੀ, ਨਾ ਫਿਰ ਅੰਕ ਸਮਾਏ ਰਹਾਓ। ਭੂਲੀ ਫਿਰੈ ਦਿਸੰਤਰੀ, ਭੂਲੀ ਗ੍ਰਹਿ ਤਜ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਜਗਿਆਸੂ ਨੂੰ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਹਨ। ਬਾਬਾ, ਇਹ ਉੱਤਮ ਅਧਿਕਾਰੀ ਮਾਇਆ ਭਰਮ ਭੁਲਾਏ, ਇਸ ਜੀਵ ਰੂਪ ਇਸਤਰੀ ਨੂੰ ਮਾਇਆ ਨੇ ਭਰਮ ਦੇ ਵਿੱਚ ਭੁਲਾ ਛੱਡਿਆ ਹੈ। ਭਰਮ ਭੁਲੀ ਦੁਹਾਗਣੀ, ਜਿਹੜੀ ਮਨਮੁਖ ਦੁਹਾਗਣ ਇਸਤਰੀ ਹੈ, ਉਹ ਭਰਮ ਨੇ ਭਰਮ ਕਰਕੇ ਭੁੱਲੀ ਹੋਈ ਹੈ। ਨਾ ਫਿਰ ਅੰਕ ਸਮਾਏ, ਇਸੇ ਲਈ ਉਹ ਪਤੀ ਪਰਮੇਸ਼ਰ ਦੇ ਅੰਕ ਸਰੂਪ ਦੇ ਵਿੱਚ ਨਹੀਂ ਸਮਾ ਸਕਦੀ। ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਭੁੱਲੀ ਹੋਈ ਦਾ ਅੱਗੇ ਫੇਰ ਜ਼ਿਕਰ ਕਰਦੇ ਹਨ। ਭੁੱਲੀ ਫਿਰੈ ਦਿਸ਼ੰਤਰੀ, ਜਿਹੜੀ ਮਨਮੁਖ ਰੂਹ ਹੈ ਦੁਹਾਗਣ ਇਸਤਰੀ ਵਾਂਗ ਉਹ ਭੁੱਲੀ ਹੋਈ ਹੈ ਤੇ ਦੇਸ਼ਾਂ ਦਸ਼ੰਤਰਾਂ ਦੇ ਵਿੱਚ ਭਟਕਦੀ ਹੈ। ਭੁੱਲੀ ਗ੍ਰਹਿ ਤਜ ਜਾਏ, ਉਹ ਐਸੀ ਭਰਮ ਦੇ ਵਿੱਚ ਭੁੱਲ ਗਈ, ਉਹ ਆਪਣੇ ਘਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੀ ਜਾਂਦੀ ਹੈ। ਭੂਲੀ ਡੂੰਗਰ ਥਲ ਚੜੈ, ਭਰਮੈ ਮਨ ਡੋਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਭੁੱਲੀ ਹੋਈ ਜੀਵ ਰੂਪ ਇਸਤਰੀ ਹੈ, ਪਹਿਲਾਂ ਤੇ ਉਹ ਆਪਣਾ ਘਰ ਛੱਡਦੀ ਹੈ। ਆ ਜੋ ਗੁਰੂ ਘਰ ਹੈ, ਜਿਹ ਦਰ ਆਵਤ ਜਾਤਿਓ ਹਟਕਾ ਨਹੀਂ ਕੋਈ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਇਹ ਜੋ ਗੁਰੂ ਘਰ ਹੈ, ਸਭ ਕੁਛ ਕਰ ਮੈਂ ਬਾਹਰ ਨਹੀਂ। ਬਾਹਰ ਟੋਲੇ ਸੋ ਭਰਮ ਭੁਲਾਹੀ। ਅਸੀਂ ਇਸ ਘਰ ਨੂੰ ਛੱਡ ਕੇ ਹੋਰ ਪਾਸੇ ਜਦੋਂ ਨਿਕਲਦੇ ਹਾਂ, ਫੇਰ ਕੀ ਹੁੰਦਾ ਹੈ? ਭੁੱਲੀ ਡੂੰਗਰ ਥਲ ਚੜ੍ਹੇ। ਇਹ ਜੀਵ ਰੂਪ ਇਸਤਰੀ ਭੁੱਲੀ ਹੋਈ, ਡੂੰਗਰ ਦਾ ਅਰਥ ਹੈ ਕਿਧਰੇ ਪਹਾੜਾਂ ਤੇ ਚੜ੍ਹ ਜਾਂਦੀ ਹੈ। ਆ ਜਿਵੇਂ ਕਈ ਮੰਦਰ ਨੇ, ਨੈਣਾ ਦੇਵੀ ਦਾ ਮੰਦਰ ਹੈ, ਕਈ ਮੰਦਰ ਪਹਾੜਾਂ ਤੇ ਬਣੇ ਹੋਏ ਨੇ। ਕਈ ਸਿੱਖ ਅੰਮ੍ਰਿਤਧਾਰੀ ਉੱਥੇ ਵੀ ਤੁਰੇ ਫਿਰਦੇ ਨੇ। ਭੁੱਲੀ ਹੋਈ ਰੂਹ ਕਦੀ ਕੋਈ ਪਹਾੜਾਂ ਤੇ ਚੜ੍ਹ ਜਾਂਦੀ ਹੈ, ਕਦੇ ਜਿਹੜੇ ਮਾਰੂਥਲ ਨੇ, ਜਿਵੇਂ ਰਾਜਸਥਾਨ ਦੇ ਵਿੱਚ ਕਈ ਸਤੀਆਂ ਦੇ ਮੰਦਰ ਨੇ, ਕਈ ਥਲਾਂ ਦੇ ਵਿੱਚ ਚੜ੍ਹਦੇ ਨੇ, ਟਿੱਬਿਆਂ ਤੇ ਚੜ੍ਹੇ ਫਿਰਦੇ ਨੇ। ਹਜ਼ੂਰ ਕਹਿੰਦੇ ਨੇ ਭਰਮੈ ਮਨ ਡੋਲਾਏ, ਬਈ ਭਰਮ ਦੇ ਕਾਰਨ ਦੁਹਾਗਣ ਦਾ ਮਨ ਡੋਲਦਾ ਹੈ। ਇਸੇ ਲਈ ਕਦੇ ਪਹਾੜਾਂ ਤੇ ਚੜ੍ਹ ਜਾਂਦੀ ਹੈ, ਕਦੇ ਉੱਚੇ ਟਿੱਬਿਆਂ ਤੇ ਜਾ ਚੜ੍ਹਦੀ ਹੈ। ਵਿਛੁੰਨੀ ਕਿਉਂ ਮਿਲੇ, ਗਰਭ ਮੁਠੀ ਬਿਲ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਧੁਰ ਤੋਂ ਹੀ ਵਿਛੜ ਗਈ ਹੈ, ਉਹ ਕਿਵੇਂ ਹੁਣ ਮਿਲ ਸਕਦੀ ਹੈ? ਨਹੀਂ ਮਿਲ ਸਕਦੀ। ਗਰਭ ਮੁਠੀ ਬਿਲ ਲਾਏ, ਉਸਨੂੰ ਤਾਂ ਹੰਕਾਰ ਨੇ ਲੁੱਟ ਲਿਆ। ਜਿਵੇਂ ਕਿਸੇ ਇਸਤਰੀ ਨੂੰ ਆਪਣੀ ਜਵਾਨੀ ਦਾ ਤੇ ਆਪਣੇ ਰੂਪ ਰੰਗ ਦਾ ਮਾਣ ਹੋ ਜਾਵੇ, ਤੇ ਫਿਰ ਉਹ ਤੇ ਲੁੱਟੀ ਜਾਂਦੀ ਹੈ, ਤੇ ਫਿਰ ਬਿਲ ਲਾਏ ਵਿਰਲਾਪ ਕਰਦੀ, ਰੋਂਦੀ ਕਰਲਾਉਂਦੀ ਰਹਿੰਦੀ ਹੈ। ਵਿਛੜਿਆ ਗੁਰ ਮੇਲ ਸੀ, ਹਰ ਅਸ ਨਾਮ ਪਿਆਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦਰਗਾਹੀ ਬਸੀਠ ਨੇ, ਜੈਸਾ ਸਤਿਗੁਰ ਸੁਣੀਂਦਾ
ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਹ ਕਾ ਬਾਸੀਠ। ਵਿਛੜਿਆ ਗੁਰ ਮੇਲ ਸੀ। ਭਾਈ ਗੁਰੂ ਵਿਛੜਿਆ ਹੋਇਆਂ ਨੂੰ ਮੇਲ ਦਿੰਦੇ ਹਨ। ਕਿਵੇਂ? ਹਰ ਰਸ ਪ੍ਰੀਤ, ਹਰ ਰਸ ਨਾਮ ਪਿਆਰ, ਵੀ ਵਾਹਿਗੁਰੂ ਦੇ ਪ੍ਰੇਮ ਰਸ ਤੇ ਨਾਮ ਦੇ ਪਿਆਰ ਦਾ ਸਦਕਾ ਵਿਛੜਿਆਂ ਨੂੰ ਗੁਰੂ ਵਾਹਿਗੁਰੂ ਦੇ ਨਾਲ ਮੇਲ ਦਿੰਦੇ ਹਨ। ਇਹਦਾ ਮਤਲਬ ਇਹ ਹੈ ਸਤਿਗੁਰੂ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ ਤੇ ਫਿਰ ਨਾਮ ਦੇ ਨਾਲ ਪਿਆਰ ਪੈ ਜਾਂਦਾ ਹੈ। ਜਦੋਂ ਨਾਮ ਦੇ ਨਾਲ ਪਿਆਰ ਪੈ ਜਾਂਦਾ ਹੈ ਫਿਰ ਵਾਹਿਗੁਰੂ ਦਾ ਰਸ, ਨਾਮ ਦਾ ਰਸ ਵੀ ਪ੍ਰਾਪਤ ਹੋ ਜਾਂਦਾ ਹੈ। ਜਿਸ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹ ਭਾਈ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਪੈਂਦਾ ਹੈ। ਸਾਚ ਸਹਿਜ ਸੋਭਾ ਖਣੀ, ਹਰ ਗੁਣ ਨਾਮ ਆਧਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਜੀਵ ਰੂਪ ਇਸਤਰੀ ਹਰ ਗੁਣ ਵਾਹਿਗੁਰੂ ਦੀ ਪ੍ਰਾਪਤੀ ਦੇ ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਦੀ ਹੈ ਅਤੇ ਨਾਲ ਹੀ ਨਾਮ ਆਧਾਰ, ਨਾਮ ਦਾ ਆਸਰਾ ਧਾਰਨ ਕਰ ਲੈਂਦੀ ਹੈ। ਸਾਚ ਸਹਿਜ ਸੋਭਾ ਕਣੀ, ਉਹ ਸੱਚੇ ਨਾਮ ਦੇ ਨਾਲ ਜੁੜ ਕੇ ਤੇ ਸਹਿਜ ਆਤਮਕ ਅਡੋਲ ਅਵਸਥਾ ਪ੍ਰਾਪਤ ਕਰਕੇ ਸੋਭਾ ਕਣੀ, ਬਹੁਤੀ ਸੋਭਾ ਪ੍ਰਾਪਤ ਕਰਦੀ ਹੈ। ਭਾਵ ਉਸ ਜੀਵ ਰੂਪ ਇਸਤਰੀ ਦਾ ਲੋਕ ਤੇ ਪਰਲੋਕ ਦੇ ਵਿੱਚ ਜਸ ਹੁੰਦਾ ਹੈ। ਜਿਉ ਭਾਵੈ ਤਿਉ ਰਖ ਤੂੰ, ਮੈਂ ਤੁਝ ਬਿਨ ਕਵਨ ਭਤਾਰ। ਤੇ ਫਿਰ ਉਹ ਜਿਹੜੀ ਗੁਰਮੁਖ ਰੂਹ ਬਣ ਗਈ ਹੈ, ਉਹ ਅਕਾਲ ਪੁਰਖ ਪਤੀ ਦੇ ਚਰਨਾਂ ਵਿੱਚ ਬੇਨਤੀ ਵੀ ਕਰਦੀ ਹੈ, ਹੇ ਵਾਹਿਗੁਰੂ ਪਰਮੇਸ਼ਰ, ਜਿਵੇਂ ਤੈਨੂੰ ਪਾਉਂਦਾ ਹੈ ਉਸੇ ਤਰ੍ਹਾਂ ਤੂੰ ਮੈਨੂੰ ਰੱਖ ਲੈ। ਮੈਂ ਤੁਝ ਬਿਨ ਕਵਨ ਭਤਾਰ, ਮੇਰਾ ਤੇਰੇ ਬਿਨਾ ਹੋਰ ਪਤੀ ਹੈ ਵੀ ਕੌਣ? ਮੇਰਾ ਪਤੀ ਤੇ ਤੂੰ ਹੀ ਹੈ। ਇਸ ਲਈ ਜਿਵੇਂ ਵੀ ਤੈਨੂੰ ਪਾਉਂਦਾ ਹੈ ਉਸੇ ਤਰ੍ਹਾਂ ਤੂੰ ਸਾਨੂੰ ਰੱਖ ਲੈ। ਅੱਖਰ ਪੜ ਪੜ ਭੁੱਲੀਐ, ਵੇਖੀ ਬਹੁਤ ਅਭਿਮਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਪਣੇ ਆਪ ਮਨੁੱਖ ਚਾਹੇ ਕਿੰਨੀ ਵਿਦਿਆ ਪੜ੍ਹ ਲਵੇ, ਕਿੰਨੇ ਲਿਬਾਸ ਧਾਰਨ ਕਰ ਲਵੇ, ਕਿੰਨੇ ਤੀਰਥਾਂ ਤੇ ਵੀ ਨਹਾ ਲਵੇ, ਪਰ ਇਹਦੇ ਨਾਲ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੱਖਰ ਪੜ੍ਹ ਪੜ੍ਹ ਭੁੱਲੀਐ, ਬਈ ਜਿਹੜੇ ਧਰਮ ਗ੍ਰੰਥਾਂ ਦੇ ਅੱਖਰ ਪੜ੍ਹ ਪੜ੍ਹ ਕੇ ਵੀ ਭੁੱਲੀਐ, ਫਿਰ ਭੁੱਲ ਜਾਈਦਾ ਹੈ। ਹੁਣ ਜਿਹੜੇ ਵਿਦਵਾਨ ਆਦਮੀ ਨੇ ਅੱਖਰ ਤਾਂ ਪੜ੍ਹਦੇ ਨੇ ਤੇ ਪਰ ਪੜ੍ਹ ਪੜ੍ਹ ਕੇ ਫਿਰ ਵੀ ਭੁੱਲਾਂ ਕਰੀ ਜਾਂਦੇ ਨੇ, ਫਿਰ ਵੀ ਗਲਤੀਆਂ ਕਰੀ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਬਈ ਅੱਖਰ ਪੜ੍ਹ ਪੜ੍ਹ ਕੇ ਵੀ ਫਿਰ ਭੁੱਲ ਜਾਈਦਾ ਹੈ, ਅਥਵਾ ਅੱਖਰ ਪੜ੍ਹ ਪੜ੍ਹ ਭੁੱਲੀਐ। ਬਈ ਜਿਹੜੇ ਕੋਈ ਵੇਦਾਂ ਸ਼ਾਸਤਰਾਂ ਦੇ ਅੱਖਰ ਨੇ ਉਹਨਾਂ ਨੂੰ ਪੜ੍ਹ ਪੜ੍ਹ ਕੇ ਪਰਮੇਸ਼ਰ ਭੁੱਲ ਜਾਂਦਾ ਹੈ, ਧਿਆਨ ਪੜ੍ਹਨ ਵਾਲੀ ਰਹਿ ਜਾਂਦਾ, ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ। ਭੇਖੀ ਬਹੁਤ ਅਭਿਮਾਨ, ਤੇ ਬਹੁਤੇ ਭੇਖਾਂ ਨੂੰ ਧਾਰਨ ਕਰਕੇ ਵੀ ਮਨ ਦੇ ਵਿੱਚ ਹੰਕਾਰ ਹੀ ਪੈਦਾ ਹੁੰਦਾ ਹੈ। ਤੀਰਥ ਨਾਤਾ ਕਿਆ ਕਰੇ, ਮਨ ਮਹਿ ਮੈਲ ਗੁਮਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਜੀਵ ਰੂਪ ਇਸਤਰੀ ਦਾ ਤੀਰਥਾਂ ਤੇ ਕੀਤਾ ਇਸ਼ਨਾਨ ਵੀ ਕੀ ਕਰ ਸਕਦਾ ਹੈ, ਕੀ ਸਵਾਰ ਸਕਦਾ ਹੈ? ਮਨ ਮਹਿ ਮੈਲ ਗੁਮਾਨ, ਜਦੋਂ ਮਨ ਦੇ ਵਿੱਚ ਤਾਂ ਹੰਕਾਰ ਦੀ ਮੈਲ ਚਿੰਬੜੀ ਹੋਈ ਹੈ, ਤੀਰਥਾਂ ਤੇ ਕੀਤਾ ਇਸ਼ਨਾਨ ਕੀ ਸਵਾਰੇਗਾ? ਕੁਝ ਵੀ ਨਹੀਂ ਸਵਾਰ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਮੇਸ਼ਾ ਲਈ ਯਾਦ ਰੱਖਣੇ ਚਾਹੀਦੇ ਹਨ। ਤੀਰਥ ਵਰਤ ਯਾਰ ਦਾਨ ਕਰ, ਮਨ ਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਤੀਰਥਾਂ ਤੇ ਨਾਤਾ ਕੀ ਕਰੇਗਾ ਜਦੋਂ ਮਨ ਦੇ ਵਿੱਚ ਤਾਂ ਹੰਕਾਰ ਦੀ ਮੈਲ ਲੱਗੀ ਹੋਈ ਹੈ। ਗੁਰ ਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਮਨ ਰਾਜਾ ਤੇ ਸੁਲਤਾਨ ਬਾਦਸ਼ਾਹ ਬਣਿਆ ਹੋਇਆ ਹੈ, ਸਭ ਤੇ ਆਪਣੀ ਹਕੂਮਤ ਕਰ ਰਿਹਾ ਹੈ। ਗੁਰ ਬਿਨ ਕਿਨ ਸਮਝਾਈਐ, ਗੁਰੂ ਤੋਂ ਬਿਨਾਂ ਇਸ ਨੂੰ ਬਈ ਹੁਣ ਕੌਣ ਸਮਝਾ ਸਕਦਾ ਹੈ? ਗੁਰੂ ਤੋਂ ਬਿਨਾਂ ਕਿਸ ਨੇ ਇਹਨੂੰ ਸਮਝਾਇਆ ਹੈ? ਕੋਈ ਵੀ ਨਹੀਂ ਇਸ ਨੂੰ ਸਮਝਾ ਸਕਿਆ। ਇਹ ਮਨ ਤੇ ਰਾਜਾ ਤੇ ਬਾਦਸ਼ਾਹ ਹੈ। ਜਿਹੜੇ ਰਾਜੇ ਬਾਦਸ਼ਾਹ ਲੋਕ ਹੁੰਦੇ ਨੇ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ, ਕਿਉਂਕਿ ਉਹਨਾਂ ਦੇ ਹੱਥ ਵਿੱਚ ਤਾਕਤ ਹੁੰਦੀ ਹੈ, ਜੋ ਚਾਹੁੰਦੇ ਨੇ ਉਹੀ ਕੁਛ ਕਰਦੇ ਨੇ। ਕਈ ਵਾਰੀ ਗਲਤ ਵੀ ਫੈਸਲੇ ਕਰ ਲੈਂਦੇ ਨੇ, ਕਈ ਵਾਰੀ ਜ਼ੁਲਮ ਵੀ ਕਰਦੇ ਨੇ,
ਪਰ ਰਾਜਿਆਂ ਨੂੰ, ਬਾਦਸ਼ਾਹਾਂ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਹੁੰਦਾ ਹੈ, ਆਪਣੀ ਸ਼ਕਤੀ ਦਾ ਘਮੰਡ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਮਨ ਵੀ ਰਾਜਾ ਤੇ ਬਾਦਸ਼ਾਹ ਬਣਿਆ ਹੋਇਆ ਹੈ, ਇਹਨੂੰ ਕੌਣ ਸਮਝਾ ਸਕਦਾ ਹੈ? ਅਸੀਂ ਨਹੀਂ ਸਮਝਾ ਸਕਦੇ। ਇਹ ਕਿਸੇ ਹੋਰ ਕਮਜ਼ੋਰ ਬੰਦੇ ਦੇ ਵੱਸ ਦੀ ਕੋਈ ਗੱਲ ਨਹੀਂ। ਹਾਂ, ਗੁਰੂ ਹੀ ਸਮਰੱਥ ਨੇ। ਗੁਰ ਬਿਨ ਕਿਨ ਸਮਝਾਈਆ, ਗੁਰੂ ਤੋਂ ਬਿਨਾਂ ਕਿਸ ਨੇ ਇਸ ਮਨ ਨੂੰ ਸਮਝਾਇਆ ਹੈ? ਇਹ ਮਨ ਤੇ ਰਾਜਾ ਤੇ ਸੁਲਤਾਨ ਬਣ ਕੇ ਸਭ ਤੇ ਹਕੂਮਤ ਕਰ ਰਿਹਾ ਹੈ। ਪ੍ਰੇਮ ਪਦਾਰਥ ਪਾਈਐ, ਗੁਰਮੁਖ ਤਤ ਵਿਚਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੁਆਰਾ ਅਸੀਂ ਤੇ ਇਹ ਤਤ ਦੀ ਵਿਚਾਰ ਕੀਤੀ ਹੈ। ਉਹ ਕੀ? ਪ੍ਰੇਮ ਪਦਾਰਥ ਪਾਈਏ, ਵੀ ਵਾਹਿਗੁਰੂ ਦਾ ਪ੍ਰੇਮ ਰੂਪੀ ਪਦਾਰਥ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਕਰੀਦਾ ਹੈ। ਤੇ ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਦੁਆਰਾ ਪ੍ਰੇਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲਵੇ, ਪ੍ਰੇਮ ਇੱਕ ਐਸਾ ਰਤਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਹੈ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਪ੍ਰੇਮ ਦੇ ਬਦਲੇ ਵਾਹਿਗੁਰੂ ਦੀ ਪ੍ਰਾਪਤੀ, ਵਾਹਿਗੁਰੂ ਦੀ ਪ੍ਰਸੰਨਤਾ ਹੁੰਦੀ ਹੈ। ਆ ਧਨ ਆਪ ਗਵਾਇਆ, ਗੁਰ ਕੈ ਸ਼ਬਦ ਸਿੰਗਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਜੀਵ ਰੂਪ ਸਾਹ ਤਨ ਇਸਤਰੀ ਨੇ ਗੁਰ ਕੈ ਸ਼ਬਦ ਸਿੰਗਾਰ, ਗੁਰੂ ਕੇ ਸ਼ਬਦ ਦੁਆਰਾ ਸ਼ੁਭ ਗੁਣਾ ਦਾ ਸ਼ਿੰਗਾਰ ਕੀਤਾ ਹੈ। ਪੈ ਕੀਆ ਦੇਹ ਸਲਾਈਆ, ਨੈਣੀ ਭਾਵ ਕਾ ਕਰ ਸੀਗਾਰੋ, ਨਿਵਣ ਸੋ ਅੱਖਰ ਖਵਨ ਗੁਣ, ਜੇਵਾ ਮਣੀਆਂ ਮੰਤ, ਇਹ ਤ੍ਰੈ ਪੈਣੇ ਵੇਸ ਕਰ ਤਾਂ ਵਾਸਾ ਵੀ ਕੰਤ। ਇਹ ਐਸਾ ਸ਼ਿੰਗਾਰ ਕੀਤਾ ਹੈ ਤੇ ਫਿਰ ਉਸਨੇ ਆਪਾ ਭਾਵ ਹੰਕਾਰ ਗਵਾ ਦਿੱਤਾ ਹੈ। ਹਰਿ ਸੋ ਪਿਰ ਪਾਇਆ, ਗੁਰ ਕੈ ਹੇਤ ਅਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਜੀਵ ਰੂਪ ਇਸਤਰੀ ਨੇ ਘਰ ਦੇ ਵਿੱਚ ਹੀ ਉਸ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ। ਕਿਵੇਂ ਪ੍ਰਾਪਤ ਕੀਤਾ? ਗੁਰ ਕੈ ਹੇਤ ਅਪਾਰ, ਗੁਰੂ ਦੇ ਨਾਲ ਬਹੁਤਾ ਅਥਾਹ ਪ੍ਰੇਮ ਕਰਕੇ। ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਰਗਾਹੀ ਵਿਚੋਲੇ ਨੇ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਜਦੋਂ ਅਸੀਂ ਗੁਰੂ ਦੇ ਨਾਲ ਬਹੁਤਾ ਅਥਾਹ ਪ੍ਰੇਮ ਕਰਦੇ ਹਾਂ ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਪਰਮੇਸ਼ਰ ਪਤੀ ਨੂੰ ਘਰ ਦੇ ਵਿੱਚ ਪ੍ਰਾਪਤ ਕੀਤਾ ਜਾਂਦਾ ਹੈ। ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਅਸੀਂ ਗੁਰੂ ਦੀ ਸੇਵਾ ਤੇ ਚਾਕਰੀ ਕਰਦੇ ਹਾਂ, ਗੁਰੂ ਦੀ ਸੇਵਾ ਤੇ ਭਗਤੀ ਕਰਦੇ ਹਾਂ, ਇਹਦੇ ਨਾਲ ਮਨ ਨਿਰਮਲ ਹੁੰਦਾ ਹੈ ਤੇ ਮਨ ਨਿਰਮਲ ਹੋਣ ਦੇ ਨਾਲ ਸੁਖ ਹੋਏ, ਸਾਨੂੰ ਆਤਮਕ ਸੁਖ ਵੀ ਪ੍ਰਾਪਤ ਹੋ ਜਾਂਦਾ ਹੈ। ਗੁਰ ਕਾ ਸ਼ਬਦ ਮਨ ਵਸਿਆ, ਹਉ ਮੈਂ ਵਿੱਚੋਂ ਖੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਗੁਰੂ ਕਾ ਸ਼ਬਦ ਸਾਡੇ ਮਨ ਵਿੱਚ ਆ ਕੇ ਵਸ ਗਿਆ, ਹਉਮੈ ਵਿੱਚੋਂ ਖੋਏ, ਤੇ ਉਸਨੇ ਵਿੱਚੋਂ ਹਉਮੈ ਨੂੰ ਖੋਏ ਨਾਸ ਕਰ ਦਿੱਤਾ। ਕਿਉਂਕਿ ਜਿੱਥੇ ਗੁਰੂ ਦਾ ਸ਼ਬਦ ਆ ਜਾਂਦਾ ਉੱਥੇ ਹਉਮੈ ਨਹੀਂ ਰਹਿ ਸਕਦੀ। ਜਿੱਥੇ ਸ਼ਬਦ ਦਾ ਦੀਵਾ ਜਗ ਪਵੇ ਉੱਥੇ ਹਉਮੈ ਦਾ ਅੰਧਕਾਰ ਟਿਕ ਨਹੀਂ ਸਕਦਾ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਲਿਖੇ ਨੇ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹਉਮੈ ਦੇ ਰੋਗ ਦਾ ਦਾਰੂ ਗੁਰੂ ਕਾ ਸ਼ਬਦ ਹੀ ਹੈ। ਤੇ ਜਦੋਂ ਗੁਰੂ ਕਾ ਸ਼ਬਦ ਮਨ ਵਿੱਚ ਆ ਕੇ ਵਸ ਗਿਆ, ਹਉਮੈ ਵਿੱਚੋਂ ਕੋਈ ਉਹ ਹਉਮੈ ਦੇ ਰੋਗ ਨੂੰ, ਹਉਮੈ ਦੇ ਹਨੇਰ ਨੂੰ ਵਿੱਚੋਂ ਨਾਸ ਕਰ ਦਿੰਦਾ ਹੈ। ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਅਸੀਂ ਨਾਮ ਰੂਪੀ ਪਦਾਰਥ ਨੂੰ ਵੀ ਪ੍ਰਾਪਤ ਕਰ ਲਿਆ। ਗੁਰੂ ਦੀ ਕਿਰਪਾ ਦੁਆਰਾ ਲਾਭ ਸਦਾ ਮਨ ਹੋਏ। ਹੁਣ ਸਾਨੂੰ ਆਪਣੇ ਮਨ ਦੇ ਵਿੱਚ ਹਮੇਸ਼ਾ ਲਈ ਲਾਭ ਹੀ ਲਾਭ ਪ੍ਰਾਪਤ ਹੁੰਦਾ ਹੈ। ਕਿਉਂਕਿ ਜਦੋਂ ਨਾਮ ਰੂਪੀ ਪਦਾਰਥ ਪ੍ਰਾਪਤ ਕਰ ਲਈਏ ਤੇ ਫਿਰ ਅੱਗੇ ਆਤਮਕ ਆਨੰਦ ਦਾ, ਨਾਮ ਦੇ ਰਸ ਦਾ ਉਹ ਮਹਾਨ ਲਾਭ ਮਨ ਦੇ ਵਿੱਚ ਹੀ ਪ੍ਰਾਪਤ ਹੁੰਦਾ ਹੈ। ਕਰਮ ਮਿਲੇ ਤਾ ਪਾਈਐ, ਆਪ ਨਾ ਲਿਆ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਨਾਮ ਰੂਪੀ ਪਦਾਰਥ ਹੈ, ਕਰਮ ਮਿਲੇ, ਜੇ ਗੁਰੂ ਦੀ ਬਖਸ਼ਿਸ਼ ਦੁਆਰਾ ਮਿਲੇ ਤਾਂ ਪ੍ਰਾਪਤ ਹੁੰਦਾ ਹੈ।
ਆਪ ਨਾ ਲਿਆ ਜਾਏ। ਜੇ ਕੋਈ ਆਖੇ ਆਪਣੇ ਆਪ ਹੀ ਮੈਂ ਨਾਮ ਨੂੰ ਪ੍ਰਾਪਤ ਕਰ ਲਵਾਂ, ਨਹੀਂ ਪ੍ਰਾਪਤ ਹੋ ਸਕਦਾ। ਜਿਹੜੇ ਹੀਰੇ ਮੋਤੀ ਨੇ ਉਹ ਜੌਹਰੀਆਂ ਦੇ ਪਾਸੋਂ ਹੀ ਖਰੀਦੇ ਜਾ ਸਕਦੇ ਨੇ। ਆਮ ਸਾਧਾਰਨ ਬੰਦੇ ਨੂੰ ਤਾਂ ਪਰਖ ਹੀ ਨਹੀਂ ਹੁੰਦੀ, ਅਸੀਂ ਕਿਵੇਂ ਉਹਨਾਂ ਤੋਂ ਲੈ ਸਕਦੇ ਹਾਂ। ਇਸੇ ਲਈ ਹਜ਼ੂਰ ਕਹਿੰਦੇ ਨੇ ਜੇ ਸਤਿਗੁਰੂ ਦੀ ਕਿਰਪਾ ਹੋਵੇ ਤਾਂ ਨਾਮ ਪ੍ਰਾਪਤ ਹੁੰਦਾ ਹੈ, ਆਪਣੇ ਆਪ ਨਹੀਂ ਲਿਆ ਜਾ ਸਕਦਾ। ਗੁਰ ਕੀ ਚਰਣੀ ਲਗ ਰਹੋ, ਵਿੱਚੋਂ ਆਪ ਗਵਾਏ। ਜੇ ਤੁਸੀਂ ਨਾਮ ਨੂੰ ਪ੍ਰਾਪਤ ਕਰਨਾ ਲੋੜਦੇ ਹੋ, ਹਜ਼ੂਰ ਕਹਿੰਦੇ ਭਾਈ ਫਿਰ ਗੁਰੂ ਦੇ ਚਰਣੀ ਲੱਗੇ ਰਹੋ। ਵਿੱਚੋਂ ਆਪ ਗਵਾਏ ਤੇ ਵਿੱਚੋਂ ਆਪਾ ਪਾਪ ਗਵਾ ਕੇ ਸੇਵਾ ਕਰੋ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਨ। ਜੇ ਆਪਾ ਪਾਪ ਹੰਕਾਰ ਗਵਾ ਕੇ ਸੇਵਾ ਕਰਾਂਗੇ ਤਾਂ ਹੀ ਕੁਛ ਸਾਨੂੰ ਮਾਣ ਸਤਿਕਾਰ ਮਿਲ ਸਕਦਾ ਹੈ। ਸੱਚੇ ਸੇਤੀ ਰਤਿਆ, ਸੱਚੋ ਪੱਲੇ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੱਚੇ ਸੇਤੀ ਰਤਿਆਂ, ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਰਤਿਆਂ ਹੋਇਆਂ, ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆਂ, ਸੱਚੋ ਪੱਲੇ ਪਾਏ। ਤੇ ਜਿਹੜਾ ਸੱਚਾ ਗਿਆਨ ਹੈ, ਸੱਚਾ ਧਿਆਨ ਹੈ, ਉਹ ਪੱਲੇ ਵਿੱਚ ਪ੍ਰਾਪਤ ਹੋ ਜਾਂਦਾ ਹੈ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਅਟਲ ਸੱਚਾਈ ਦਾ ਵਰਣਨ ਕਰਦੇ ਹਨ। ਦੁਨੀਆ ਦੇ ਵਿੱਚ ਚਾਹੇ ਕੋਈ ਕਿੰਨਾ ਵੀ ਪੜ੍ਹਿਆ ਲਿਖਿਆ ਹੈ, ਕਿੰਨਾ ਵਿਦਵਾਨ ਹੈ, ਤੇ ਚਾਹੇ ਕਿੰਨਾ ਵੀ ਕੋਈ ਮਹਾਨ ਹੈ, ਚਾਹੇ ਕੋਈ ਅਵਤਾਰ ਵੀ ਹੈ, ਦੇਵੀ ਦੇਵਤਾ ਵੀ ਹੈ, ਪੀਰ ਪੈਗੰਬਰ ਵੀ ਹੈ, ਹਜ਼ੂਰ ਕਹਿੰਦੇ ਭੁੱਲਣ ਅੰਦਰ ਸਭ ਕੋ। ਸਭ ਕੋਈ ਭਾਵ ਹਰ ਕੋਈ ਭੁੱਲਣ ਦੇ ਵਿੱਚ ਆ ਜਾਂਦਾ ਹੈ। ਕੋਈ ਨਾ ਕੋਈ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ ਹੈ, ਕੋਈ ਨਾ ਕੋਈ ਗਲਤੀ ਹਰ ਤੋਂ ਹੁੰਦੀ ਹੈ। ਅਭੁੱਲ ਗੁਰੂ ਕਰਤਾਰ, ਕੇਵਲ ਗੁਰੂ ਤੇ ਕਰਤਾਰ ਹੀ ਅਭੁੱਲ ਨੇ। ਗੁਰੂ ਤੇ ਪਰਮੇਸ਼ਰ ਨਹੀਂ ਕਦੀ ਵੀ ਭੁੱਲਦਾ, ਤੇ ਬਾਕੀ ਤਾਂ ਭਾਈ ਸਾਰੇ ਭੁੱਲ ਦਾ ਸ਼ਿਕਾਰ ਹੁੰਦੇ ਨੇ। ਕੋਈ ਛੋਟਾ ਹੈ, ਵੱਡਾ ਹੈ, ਰਿਸ਼ੀ ਹੈ, ਮੁਨੀ ਹੈ, ਅਵਤਾਰ ਹੈ, ਰਹਿਬਰ ਹੈ, ਕੋਈ ਨਾ ਕੋਈ ਭੁੱਲ, ਕੋਈ ਨਾ ਕੋਈ ਗਲਤੀ ਤਾਂ ਉਹਨਾਂ ਤੋਂ ਹੋ ਹੀ ਜਾਂਦੀ ਹੈ। ਗੁਰਮਤਿ ਮਨ ਸਮਝਾਇਆ, ਲਾਗਾ ਤਿਸੈ ਪਿਆਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਆਪਣੇ ਮਨ ਨੂੰ ਸਮਝਾਇਆ ਹੈ, ਲਾਗਾ ਤਿਸੈ ਪਿਆਰ, ਫਿਰ ਉਸ ਦਾ ਭਾਈ ਵਾਹਿਗੁਰੂ ਪਰਮੇਸ਼ਰ ਦੇ ਨਾਲ, ਗੁਰੂ ਕਰਤਾਰ ਦੇ ਨਾਲ ਪਿਆਰ ਲੱਗ ਗਿਆ ਹੈ। ਨਾਨਕ ਸਾਚ ਨਾ ਵੀਸਰੈ, ਮੇਲੇ ਸ਼ਬਦ ਅਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਗੁਰਮਤ ਨੂੰ ਧਾਰਨ ਕਰਕੇ ਮਨ ਨੂੰ ਸਮਝਾਇਆ ਤੇ ਫਿਰ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗ ਗਿਆ। ਨਾਨਕ ਸਾਚ ਨਾ ਵਿਸਰੈ, ਹੁਣ ਉਹ ਸੱਚਾ ਨਾਮ ਕਦੇ ਵੀ ਸਾਨੂੰ ਭੁੱਲਦਾ ਨਹੀਂ ਹੈ। ਮੇਲੇ ਸ਼ਬਦ ਅਪਾਰ, ਹਜ਼ੂਰ ਕਹਿੰਦੇ ਇਹ ਜਿਹੜਾ ਹੁਣ ਸ਼ਬਦ ਹੈ, ਗੁਰੂ ਦਾ ਨਾਮ ਮੰਤਰ ਹੈ, ਇਹ ਹੁਣ ਉਸ ਅਪਾਰ ਪ੍ਰਭੂ ਦੇ ਨਾਲ ਸਾਨੂੰ ਮੇਲ ਦੇਵੇਗਾ। ਮੇਲੇ ਸ਼ਬਦ ਅਪਾਰ, ਇਹ ਜਿਹੜਾ ਗੁਰੂ ਦਾ ਸ਼ਬਦ ਹੈ ਇਹੀ ਉਸ ਅਪਾਰ ਪ੍ਰਭੂ ਨੂੰ ਮਿਲਦਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਸ਼ਨਾ ਮਾਇਆ ਮੋਹਣੀ, ਸੁਤ ਬੰਧਪ ਘਰ ਨਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮੇਰੇ ਪ੍ਰੀਤਮਾ, ਮੈਂ ਤੁਝ ਬਿਨ ਅਵਰ ਨਾ ਕੋਈ, ਮੈਂ ਤੁਝ ਬਿਨ ਅਵਰ ਨਾ ਭਾਵੇ, ਤੂੰ ਭਾਵਹਿ ਸੁਖ ਹੋਏ। ਰਹਾਓ ਇਹਨਾਂ ਸਿਧਾਂਤਰੂ ਪੰਕਤੀਆਂ ਅੰਦਰ ਹਜ਼ੂਰ ਫਰਮਾਉਂਦੇ ਹਨ, ਮੇਰੇ ਪ੍ਰੀਤਮਾ, ਐ ਮੇਰੇ ਪਿਆਰੇ ਪ੍ਰਭੂ, ਮੈਂ ਤੁਝ ਬਿਨ ਅਵਰ ਨਾ ਕੋਈ, ਮੈਨੂੰ ਤੇਰੇ ਬਿਨਾ ਹੋਰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ, ਮੈਨੂੰ ਹੋਰ ਕੁਝ ਵੀ ਪਸੰਦ ਨਹੀਂ ਆਉਂਦਾ। ਮੈਂ ਤੁਝ ਬਿਨ ਅਵਰ ਨਾ ਭਾਵੇ, ਮੈਨੂੰ ਤੇਰੇ ਬਿਨਾ ਹੋਰ ਕੁਛ ਪਾਉਂਦਾ ਹੀ ਨਹੀਂ, ਹੋਰ ਕੁਛ ਪਸੰਦ ਹੀ ਨਹੀਂ ਆਉਂਦਾ। ਤੂੰ ਭਾਵਹਿ ਸੁਖ ਹੋਏ, ਜਦੋਂ ਤੈਨੂੰ ਭਾ ਜਾਈਏ ਤਾਂ ਹੀ ਸੁਖ ਪ੍ਰਾਪਤ ਹੋ ਸਕਦਾ ਹੈ। ਠੀਕ ਹੈ, ਹੁਣ ਸਾਡੇ ਤੇ ਮਨ ਦੇ ਵਿੱਚ ਤੁਹਾਡਾ ਹੀ ਪ੍ਰੇਮ ਹੈ, ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਪਰ ਹੁਣ ਜੇ ਤੈਨੂੰ ਭਾ ਜਾਈਏ ਤਾਂ ਹੀ ਸੁਖ ਸਾਨੂੰ ਪ੍ਰਾਪਤ ਹੋ ਸਕਦਾ ਹੈ। ਪਰ ਇਹ ਗੱਲ ਪੱਕੀ ਹੈ, ਸਾਨੂੰ ਤੇਰੇ ਬਿਨਾ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਇਸ ਲਈ ਜਦੋਂ ਤੈਨੂੰ ਅਸੀਂ ਭਾ ਜਾਵਾਂਗੇ ਤੇ ਅਸਲੀ ਸੁਖ ਤਾਂ ਫੇਰ ਹੀ ਸਾਨੂੰ ਪ੍ਰਾਪਤ ਹੋਣਾ ਹੈ।
ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਦੀ ਹਾਲਤ ਦਰਸਾਉਂਦੇ ਨੇ। ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਪ ਕਰਨਾਰ। ਆ ਦੇਖ ਲਓ ਭਾਈ, ਜਿਹੜੀ ਮੋਹਣੀ ਮਾਇਆ ਹੈ, ਇਹਦੀ ਤ੍ਰਿਸ਼ਨਾ ਨੇ ਸਾਰੇ ਸੰਸਾਰ ਨੂੰ ਘੇਰਿਆ ਹੋਇਆ ਹੈ। ਉਹ ਮਾਇਆ ਦਾ ਰੂਪ ਕੀ ਹੈ? ਸੁਤ ਬੰਧਪ ਕਰਨਾਰ। ਮਾਇਆ ਦੋ ਪ੍ਰਕਾਰ ਦੀ ਹੈ, ਇੱਕ ਜੜ ਮਾਇਆ ਹੈ, ਦੂਸਰੀ ਚੇਤਨ ਮਾਇਆ ਹੈ। ਜਿਹੜੀ ਜੜ ਮਾਇਆ ਹੈ ਉਹਦੀ ਤਾਂ ਤ੍ਰਿਸ਼ਨਾ ਨੇ ਸਾਨੂੰ ਘੇਰਿਆ ਹੋਇਆ। ਸਹਿਸ ਕਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਜਿਹੜੀ ਚੇਤਨ ਮਾਇਆ ਹੈ ਉਹ ਹੈ ਸੁਤ ਬੰਧਪ ਕਰਨਾਰ। ਪੁੱਤਰ, ਬੰਧਪ, ਰਿਸ਼ਤੇਦਾਰ ਤੇ ਸਾਡਾ ਘਰ ਤੇ ਨਾਰ ਇਸ ਜਾਂ ਘਰ ਨਾਰ ਦਾ ਅਰਥ ਜਿਹੜੀ ਸਾਡੀ ਘਰ ਵਾਲੀ ਹੈ, ਘਰ ਵਾਲੀ ਇਸਤਰੀ, ਇਹ ਚੇਤਨ ਮਾਇਆ ਵਿੱਚ ਸਾਰਾ ਕੁਝ ਆ ਜਾਂਦਾ ਹੈ।